ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਮੇਰ ਕਰੋ ਤ੍ਰਿਣ ਤੇ ਮੁਹਿ ਜਾਹੇ, ਗਰੀਬ ਨਿਵਾਜ ਨਾ ਦੂਸਰ ਤੋਸੋ। ਭੂਲ ਛਿਮੋ ਹਮਰੀ ਪ੍ਰਭ ਆਪ, ਨਾ ਭੂਲਣ ਹਾਰ ਕਹੂੰ ਕੋ ਮੋਸੋ। ਸੇਵ ਕਰੀ ਤੁਮਰੀ ਤਿਨ ਕੇ, ਸਭ ਹੀ ਗ੍ਰਹਿ ਦੇਖਿਤ ਦਰਬ ਭਰੋਸੋ। ਯਾ ਕਲ ਮੈਂ ਸਭ ਕਾਲ ਕਿਰਪਾਨ ਕੇ, ਭਾਰੀ ਭੁਜਾਨ ਕੋ ਭਾਰੀ ਭਰੋਸੋ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰੰ ਚੜ ਜਾਏ। ਅੰਧ ਲਖੈ ਬਦ ਰੋਸਨੈ, ਜੋ ਕਾਲ ਕਿਰਪਾ ਕਰਾਏ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਹਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਹਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ। ਕਬੀਰ ਮੁਕਤ ਦੁਆਰਾ ਸੰਕੜਾ, ਰਾਈ ਦਸਵੈਂ ਭਾਏ। ਮਨ ਤੋ ਮੈਗਲੋ ਹੋਏ ਰਹਾ, ਨਿਕਸਿਆ ਕਿਉ ਕਰ ਜਾਏ। ਕਬੀਰ ਮੁਕਤ ਦੁਆਰਾ ਸੰਕੜਾ, ਰਾਈ ਦਸਵੈਂ ਭਾਏ। ਮਨ ਤੋ ਮੈਗਲੋ ਹੋਏ ਰਹਾ, ਨਿਕਸਿਆ ਕਿਉ ਕਰ ਜਾਏ। ਐਸਾ ਸਤਿਗੁਰ ਜੇ ਮਿਲੈ, ਤੂਠਾ ਕਰੈ ਪਸਾਓ। ਮੁਕਤ ਦੁਆਰਾ ਮੋਕਲਾ, ਸਹਜੇ ਆਵੋ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਲੋਕ ਪਰਲੋਕ ਕੇ ਰੱਖਿਅਕ, ਜੁਗੋ ਜੁਗ ਅਟਲ, 10 ਪਾਤਸ਼ਾਹੀਆਂ ਦਾ ਆਤਮਿਕ ਸਵਰੂਪ, ਜਾਗਦੀ ਜੋਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਸਤਿਗੁਰਾਂ ਦਾ ਪਵਿੱਤਰ ਪ੍ਰਕਾਸ਼ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਲੈ ਕਰਕੇ ਸਤਿਗੁਰਾਂ ਦੇ ਪਵਿੱਤਰ ਦਰਸ਼ਨ ਦਿਦਾਰੇ ਕਰ ਰਹੀ ਗੁਰੂ ਖਾਲਸਾ ਸਾਧ ਸੰਗਤ, ਸਤਿਗੁਰਾਂ ਨੇ ਮਹਾਨ ਦਇਆ ਕਰਕੇ ਜੋ ਸਤਿਗੁਰੂ ਸਾਹਿਬ ਪ੍ਰਕਾਸ਼ਮਾਨ ਹੋ ਕਰਕੇ ਤੇ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ ਰਹੇ ਹਨ। ਸਤਿਗੁਰੂ ਸਾਹਿਬ ਦੇ ਦਰਸ਼ਨ ਕਰੀਏ, ਸਤਿਗੁਰਾਂ ਦੇ ਦਰ ਤੇ ਪਹੁੰਚ ਕਰਕੇ ਸੇਵਾ ਕਰੀਏ, ਗੁਰਬਾਣੀ ਪੜ੍ਹੀਏ ਤੇ ਸੁਣੀਏ, ਜਿਹਦੇ ਨਾਲ ਇਹ ਸਾਨੂੰ ਮਿਲਿਆ ਹੋਇਆ ਸਰੀਰ ਸਫਲਾ ਹੋ ਜਾਵੇ ਤੇ ਇਸ ਸਰੀਰ ਦੇ ਅੰਦਰ ਆਈ ਹੋਈ ਇਹ ਜੀਵ ਆਤਮਾ, ਇਹਦਾ ਵੀ ਭਲਾ ਹੋ ਜਾਵੇ।
ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਤਿਗੁਰੂ ਅੱਜ ਦੇ ਇਸ ਪਵਿੱਤਰ ਮੁੱਖ ਵਾਕ ਦੇ ਅੰਦਰ ਬਖਸ਼ਿਸ਼ ਕਰ ਰਹੇ ਹਨ ਕਿ ਜੀਵ ਇਹ ਮੁਕਤੀ ਚਾਹੁੰਦਾ ਹੈ, ਦੁਨੀਆ ਦੇ ਇਸ ਝਗੜਿਆਂ ਕਲੇਸ਼ਾਂ ਤੋਂ, ਦੁੱਖ ਰੋਗ ਤੋਂ ਮੁਕਤੀ ਚਾਹੁੰਦਾ ਹੈ, ਤੇ ਸਭ ਤੋਂ ਵੱਡਾ ਦੁੱਖ ਇਹ ਜਨਮ ਤੇ ਮਰਨ ਦਾ, ਇਹ ਜੀਵ ਇਹਦੇ ਤੋਂ ਮੁਕਤੀ ਚਾਹੁੰਦਾ ਹੈ। ਪਰ ਸਤਿਗੁਰੂ ਸਾਹਿਬ ਫਰਮਾਉਂਦੇ ਇਹ ਮੁਕਤੀ ਦਾ ਜਿਹੜਾ ਦਰਵਾਜ਼ਾ ਹੈ ਨਾ, ਬੜਾ ਹੀ ਬਰੀਕ, ਬੜਾ ਹੀ ਛੋਟਾ ਹੈ, ਜਿਸ ਦੇ ਵਿੱਚੋਂ ਲੰਘ ਕਰਕੇ ਜਾਣਾ ਬੜਾ ਕਠਿਨ ਹੋਇਆ ਪਿਆ ਹੈ। ਉਹ ਕਿਵੇਂ ਉਸ ਦੇ ਵਿੱਚੋਂ ਲੰਘਿਆ ਜਾਵੇ, ਇਹ ਕਿਵੇਂ ਉਹ ਮੁਕਤੀ ਦਾ ਦਰਵਾਜ਼ਾ ਜਿਹੜਾ ਉਹ ਖੁੱਲ੍ਹਾ ਹੋ ਜਾਵੇ, ਇਹ ਸਤਿਗੁਰੂ ਸਾਹਿਬ ਅੱਜ ਦੇ ਇਸ ਪਵਿੱਤਰ ਸ਼ਬਦ ਦੇ ਅੰਦਰ ਬਖਸ਼ਿਸ਼ ਕਰ ਰਹੇ ਹਨ। ਇਹ ਸਾਧ ਸੰਗਤ ਜੋ ਪਵਿੱਤਰ ਸ਼ਬਦ ਇਹ ਗੂਜਰੀ ਕੀ ਵਾਰ ਦੇ ਅੰਦਰ ਮਹੱਲਾ ਤੀਜਾ ਸਤਿਗੁਰੂ ਅਮਰਦਾਸ ਮਹਾਰਾਜ ਜੀ ਦੀ ਇਹ ਵਾਰ, ਜਿਸ ਦੇ ਅੰਦਰ ਪੌੜੀਆਂ ਸਾਰੀਆਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਆਉਣਗੀਆਂ, ਇਸ ਵਾਰ ਦੇ ਅੰਦਰ ਇਹ ਸ਼ਬਦ ਚੌਥੀ ਪੌੜੀ ਦੇ ਵਿੱਚੋਂ ਆ ਰਿਹਾ ਹੈ। ਇਸ ਵਾਰ ਦਾ ਸਿਰਲੇਖ ਹੈ ਗੂਜਰੀ ਕੀ ਵਾਰ ਮਹੱਲਾ ਤੀਜਾ। ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ। ਜਿਸ ਸਮੇਂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਿਗੁਰਾਂ ਨੇ ਗੁਰਤਾ ਗੱਦੀ ਨੂੰ ਪ੍ਰਾਪਤ ਕਰਨ ਤੋਂ ਉਪਰੰਤ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਨੂੰ ਇਹ ਪੁੱਛਿਆ ਸੀ ਕਿ ਸਤਿਗੁਰੂ ਸਾਹਿਬ ਸਾਨੂੰ ਆਗਿਆ ਕਰੋ ਕਿ ਅਸੀਂ ਕਿਸ ਪ੍ਰਕਾਰ ਬਾਣੀ ਉਚਾਰਨ ਕਰੀਏ। ਤਾਂ ਉਸ ਸਮੇਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੂੰ ਇਹ ਫਰਮਾਇਆ ਸੀ ਕਿ ਹੁਣ 6ਵੇਂ 7ਵੇਂ ਅਤੇ 8ਵੇਂ ਸਰੂਪ ਦੇ ਅੰਦਰ ਬਾਣੀ ਉਚਾਰਨ ਨਹੀਂ ਕਰਨੀ, ਬਾਣੀ ਉਚਾਰਨ ਹੋ ਚੁੱਕੀ ਹੈ, ਇਸ ਦਾ ਪ੍ਰਚਾਰ ਕਰਨਾ ਹੈ, ਅਤੇ 9ਵੇਂ ਸਰੂਪ ਦੇ ਅੰਦਰ ਫਿਰ ਬਾਣੀ ਉਚਾਰਨ ਕਰਾਂਗੇ। ਸਤਿਗੁਰਾਂ ਦਾ ਹੁਕਮ ਪਾ ਕਰਕੇ ਤੇ ਸਤਿਗੁਰਾਂ ਨੇ ਇਹ ਵੀ ਨਾਲ ਹੁਕਮ ਕਰ ਦਿੱਤਾ ਕਿ ਜਿਹੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਅੰਦਰ ਵਾਰਾਂ ਲਿਖੀਆਂ ਗਈਆਂ ਹਨ, ਇਹਨਾਂ ਨੂੰ ਧੁਨੀਆਂ ਦੇ ਅੰਦਰ ਇਹਨਾਂ ਨੂੰ ਧੁਨੀਆਂ ਬਖਸ਼ਿਸ਼ ਕਰੋ। ਉਸ ਸਮੇਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ ਜੋ ਢਾਡੀ, ਨੱਥਾ ਅਤੇ ਅਬਦੁੱਲਾ ਇਹਨਾਂ ਪਾਸੋਂ ਗਵਾ ਕਰਕੇ ਤੇ ਇਹ ਜਿਹੜੀਆਂ ਧੁਨੀਆਂ ਸਨ ਵਾਰਾਂ ਗਾਉਣ ਦੀਆਂ ਧੁਨੀਆਂ, ਇਹ ਵਾਰਾਂ ਦੇ ਉੱਪਰ ਸਿਰਲੇਖ ਸਤਿਗੁਰਾਂ ਨੇ ਲਗਾਉਣਾ ਕੀਤੇ। ਇਹ ਜਿਹੜੀ ਗੂਜਰੀ ਕੀ ਵਾਰ ਹੈ, ਇਸ ਨੂੰ ਸਤਿਗੁਰਾਂ ਨੇ ਹੁਕਮ ਕੀਤਾ ਹੈ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ। ਸਿਕੰਦਰ ਤੇ ਬਰਾਹਿਮ ਦੋ ਰਾਜੇ ਹੋਏ ਹਨ। ਜਿਹੜਾ ਬਰਾਹਿਮ ਇਹ ਬੜਾ ਕੁਕਰਮੀ ਸੀ, ਇਸ ਨੇ ਆਪਣੇ ਰਾਜ ਦੇ ਅੰਦਰ ਇਹ ਹੁਕਮ ਜਾਰੀ ਕੀਤਾ ਸੀ ਕਿ ਜੇਕਰ ਕੋਈ ਵੀ ਵਿਅਕਤੀ ਸ਼ਾਦੀ ਵਿਆਹ ਕਰਾ ਕਰਕੇ ਆਪਣਾ ਡੋਲਾ ਘਰੇ ਲਿਆਵੇਗਾ, ਉਸ ਘਰੇ ਲਿਜਾਣ ਤੋਂ ਪਹਿਲਾਂ ਉਸ ਦੀ ਇਸਤਰੀ ਮੇਰੇ ਪਾਸ ਇੱਕ ਰਾਤ ਰੁਕੇਗੀ, ਫਿਰ ਉਹ ਇਸਤਰੀ ਉਹਦੇ ਘਰੇ ਜਾਵੇਗੀ। ਇਹ ਆਪਣੇ ਰਾਜ ਦੇ ਅੰਦਰ ਇਸ ਨੇ ਲਾਗੂ ਕੀਤਾ ਹੋਇਆ ਸੀ। ਜਿਹੜਾ ਵੀ ਉਸ ਇਲਾਕੇ ਦੇ ਇਹਦੇ ਰਾਜ ਦੇ ਅੰਦਰ ਕੋਈ ਆਨੰਦ ਵਿਆਹ ਹੁੰਦਾ, ਉਸ ਦੀ ਇਸਤਰੀ ਸਭ ਤੋਂ ਪਹਿਲਾਂ ਇੱਕ ਰਾਤ ਇਹਦੇ ਘਰ ਰਹਿੰਦੀ ਤੇ ਫਿਰ ਉਸ ਵਿਅਕਤੀ ਦੇ ਘਰ ਜਾਣ ਦੇ ਹੱਕਦਾਰ ਸੀ ਉਹ। ਤੇ ਇੱਕ ਸਮੇਂ ਜੋ ਬ੍ਰਾਹਮ ਇਹ ਸ਼ਿਕਾਰ ਖੇਡ ਰਿਹਾ ਸੀ, ਤਾਂ ਇੱਕ ਬ੍ਰਾਹਮਣ ਆਪਣੀ ਇਸਤਰੀ ਵਿਆਹ ਕਰਾ ਕਰਕੇ ਤੇ ਡੋਲਾ ਲਿਆ ਰਿਹਾ ਸੀ। ਇਸ ਦੀ ਨਿਗਾਹ ਉਸ ਤੇ ਪਈ, ਨਿਗਾਹ ਇਸ ਨੇ ਮੰਦੀ ਕਰਕੇ ਤੇ ਉਸ ਨੂੰ ਹੱਥ ਪਾਉਣਾ ਚਾਹਿਆ। ਜਿਹੜਾ ਬ੍ਰਾਹਮਣ ਉਹ ਭੱਜ ਕਰਕੇ ਡਰਦਾ ਹੋਇਆ ਤੇ ਸਿਕੰਦਰ ਦੇ ਪਾਸ ਜਾ ਕਰਕੇ ਉਸਨੇ ਸ਼ਰਨ ਲੈ ਲਈ। ਇਹ ਸਿਕੰਦਰ ਲੋਧੀ ਨਹੀਂ, ਨਾ ਹੀ ਇਹ ਅਲੈਗਜ਼ੈਂਡਰ ਸਿਕੰਦਰ ਹੈ, ਇਹ ਕੋਈ ਹੋਰ ਸਿਕੰਦਰ ਹੈ ਇਤਿਹਾਸ ਦੇ ਅੰਦਰ। ਤਾਂ ਇਸ ਸਿਕੰਦਰ ਦੇ ਪਾਸ ਉਸ ਬ੍ਰਾਹਮਣ ਨੇ ਆਪਣੀ ਘਰਵਾਲੀ ਦੇ ਸਮੇਤ ਸ਼ਰਨ ਲੈ ਲਈ। ਬ੍ਰਾਹਮ ਨੂੰ ਪਤਾ ਲੱਗਾ ਕਿ ਇਹ ਸਿਕੰਦਰ ਦੇ ਪਾਸ ਗਏ ਹਨ। ਬ੍ਰਾਹਮ ਨੇ ਉਸ ਨੂੰ ਚਿੱਠੀ ਲਿਖੀ ਸਿਕੰਦਰ ਨੂੰ ਕਿ ਮੇਰੀ ਵਸਤੂ ਤੇਰੇ ਪਾਸ ਹੈ, ਤੂੰ ਮੈਨੂੰ ਭੇਜਣਾ ਕਰ। ਸਿਕੰਦਰ ਨੇ ਅੱਗੋਂ ਜਵਾਬ ਦੇ ਦਿੱਤਾ
ਕਿ ਸੂਰਮੇ ਸ਼ਰਨ ਆਏ ਨੂੰ ਨਹੀਂ ਵਾਪਸ ਭੇਜਦੇ। ਇਹ ਬ੍ਰਾਹਮਣ ਆਪਣੀ ਇਸਤਰੀ ਨੂੰ ਲੈ ਕਰਕੇ ਸ਼ਰਨ ਪਿਆ ਸੀ ਸਿਕੰਦਰ ਦੀ, ਤੇ ਬ੍ਰਾਹਮ ਨੇ ਕਿਹਾ ਜਾਂ ਤਾਂ ਵਾਪਸ ਕਰ ਦੇ ਜਾਂ ਜੰਗ ਲਈ ਤਿਆਰ ਹੋ ਜਾ। ਸਿਕੰਦਰ ਨੇ ਅੱਗੋਂ ਜਵਾਬ ਦਿੱਤਾ ਕਿ ਮੈਂ ਜੰਗ ਲਈ ਤਿਆਰ ਹਾਂ। ਉਸ ਸਮੇਂ ਜਿਹੜਾ ਬ੍ਰਾਹਮ ਚੜ ਕਰਕੇ ਆਇਆ ਸਿਕੰਦਰ ਦੇ ਉੱਪਰ ਮੰਦ ਵਾਸ਼ਨਾ ਭੋਗਣ ਵਾਸਤੇ, ਉਹ ਬ੍ਰਾਹਮਣ ਦੀ ਇਸਤਰੀ ਨੂੰ ਲਿਜਾਣ ਵਾਸਤੇ। ਪਰ ਇਹ ਜਿਹੜਾ ਬ੍ਰਾਹਮ ਇਹ ਬੜਾ ਕੁਕਰਮੀ ਸੀ, ਇਸ ਦੀ ਸਾਰੀ ਫੌਜ ਸਿਕੰਦਰ ਹੱਥੋਂ ਹਾਰ ਗਈ ਤੇ ਬ੍ਰਾਹਮ ਜਿਉਂਦਾ ਫੜਿਆ ਗਿਆ। ਸਿਕੰਦਰ ਨੇ ਫਿਰ ਬ੍ਰਾਹਮ ਨੂੰ 6 ਮਹੀਨੇ ਤੱਕ ਆਪਣੀ ਜੇਲ੍ਹ ਦੇ ਅੰਦਰ ਰੱਖਿਆ, ਭੁੱਖਾ ਧਿਆਇਆ ਉੱਥੇ ਰੱਖਿਆ। ਤੇ ਜਦੋਂ ਇਸ ਨੇ ਫਿਰ ਪੁਕਾਰ ਕੀਤੀ ਕਿ ਮੈਨੂੰ ਛੱਡ ਦਿੱਤਾ ਜਾਵੇ, ਮੈਂ ਇਹ ਕੁਕਰਮ ਕਰਨੇ ਛੱਡ ਦੇਵਾਂਗਾ, ਉਸ ਸਮੇਂ ਫਿਰ ਸਿਕੰਦਰ ਨੇ ਬ੍ਰਾਹਮ ਨੂੰ ਛੱਡਿਆ ਤੇ ਇਹਦਾ ਰਾਜ ਇਹਨੂੰ ਵਾਪਸ ਦਿੱਤਾ। ਇਹ ਉਸ ਸਿਕੰਦਰ ਤੇ ਬ੍ਰਾਹਮ ਦੀ ਜੋ ਵਾਰ ਹੋਈ, ਯੁੱਧ ਹੋਇਆ, ਉਸ ਨੂੰ ਜਿਹੜੇ ਢਾਡੀ ਜਿਹੜੀ ਧੁਨੀ ਦੇ ਅੰਦਰ ਗਾਉਂਦੇ ਸਨ, ਉਸੇ ਧੁਨੀ ਨੂੰ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ ਇਹ ਗੁਜਰੀ ਕੀ ਵਾਰ ਉਸ ਧੁਨੀ ਅੰਦਰ ਗਾਉਣ ਦੀ ਹਦਾਇਤ ਸਤਿਗੁਰਾਂ ਨੇ ਕੀਤੀ। ਇਸ ਗੁਜਰੀ ਕੀ ਵਾਰ ਦੀ ਜੋ ਚੌਥੀ ਪੌੜੀ ਦੇ ਅੰਦਰ ਅੱਜ ਸਤਿਗੁਰੂ ਸਾਹਿਬ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ, ਉਸ ਨੂੰ ਪ੍ਰੇਮ ਸਹਿਤ ਸਰਵਣ ਕਰੀਏ। ਸਾਰੀ ਹੀ ਸੰਗਤ ਦੋਏ ਕਰ ਜੋੜ ਸਤਿਗੁਰਾਂ ਅੱਗੇ ਸੀਸ ਨਿਵਾ ਕਰਕੇ ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਮੁਕਤ ਦੁਆਰਾ ਸੰਕੜਾ ਰਾਈ ਦਸਵੇਂ ਭਾਏ। ਇਹ ਸ਼ਲੋਕ ਸਿਰਲੇਖ ਹੇਠ ਸਤਿਗੁਰੂ ਸਾਹਿਬ ਨੇ ਇਹ ਕਬੀਰ ਸਾਹਿਬ ਦਾ ਸ਼ਲੋਕ ਲਿਖਿਆ ਹੈ, ਕਿਉਂਕਿ ਇਹ ਸਿੱਖ ਸੰਗਤ ਨੇ ਸਤਿਗੁਰਾਂ ਪਾਸ ਪ੍ਰਸ਼ਨ ਕੀਤਾ ਸੀ ਕਿ ਸਤਿਗੁਰੂ ਕਬੀਰ ਸਾਹਿਬ ਜੀਆਂ ਨੇ ਆਪਣੇ ਸ਼ਲੋਕ ਦੇ ਅੰਦਰ ਇਹ ਲਿਖਣਾ ਕੀਤਾ ਹੈ, ਇਹ ਦੱਸਣਾ ਕੀਤਾ ਹੈ, ਤੇ ਸਾਨੂੰ ਇਸ ਦਾ ਜਵਾਬ ਦੇਵੋ। ਸੰਗਤ ਨੇ ਉਹ ਜਵਾਬ ਲੈਣ ਵਾਸਤੇ ਇਹ ਪ੍ਰਸ਼ਨ ਰੂਪ ਅੰਦਰ ਕਬੀਰ ਸਾਹਿਬ ਜੀ ਦਾ ਸ਼ਲੋਕ ਇੱਥੇ ਦਰਜ ਕੀਤਾ ਸਤਿਗੁਰਾਂ ਨੇ। ਕਬੀਰ ਸਾਹਿਬ ਫਰਮਾ ਰਹੇ ਹਨ ਸ਼ਲੋਕ ਦੇ ਅੰਦਰ, ਕਬੀਰ ਮੁਕਤ ਦੁਆਰਾ ਸੰਕੁੜਾ, ਕਿ ਜਿਹੜਾ ਮੁਕਤੀ ਦਾ ਦਰਵਾਜ਼ਾ ਹੈ, ਜਿਹਦੇ ਵਿੱਚੋਂ ਲੰਘ ਕਰਕੇ ਮੁਕਤੀ ਪ੍ਰਾਪਤ ਹੁੰਦੀ ਹੈ, ਇਹਨਾਂ ਦੁੱਖਾਂ ਤੋਂ, ਕਲੇਸ਼ਾਂ ਤੋਂ ਤੇ ਜਨਮ ਮਰਨ ਦੇ ਗੇੜ ਤੋਂ, ਇਹ 84 ਲੱਖ ਜੂਨਾਂ ਤੋਂ ਮੁਕਤੀ ਹਾਸਲ ਹੋ ਜਾਂਦੀ ਹੈ। ਉਹ ਜਿਹੜਾ ਦਰਵਾਜ਼ਾ ਹੈ ਜਿੱਥੋਂ ਲੰਘਣਾ, ਉਹ ਬੜਾ ਸੰਕੁੜਾ ਭਾਵ ਬੜਾ ਹੀ ਸੁੰਗੜਿਆ ਹੋਇਆ ਭਾਵ ਤੰਗ ਹੈ, ਜਿਹੜਾ ਮੁਕਤੀ ਦਾ ਦਰਵਾਜ਼ਾ ਹੈ। ਕਿਹੋ ਜਿਹਾ ਉਦਾਹਰਨ ਦੇ ਕਰਕੇ ਕਬੀਰ ਸਾਹਿਬ ਫਰਮਾਉਂਦੇ ਹਨ, ਰਾਈ ਦਸਵੇਂ ਭਾਏ। ਜਿਹੜਾ ਰਾਈ ਦਾ ਦਾਣਾ ਹੁੰਦਾ ਹੈ ਨਾ, ਸਰੋਂ ਦੇ ਦਾਣੇ ਜਿਤਨਾ, ਦਸਵੇਂ ਭਾਏ, ਉਸ ਦਾ ਵੀ 10ਵਾਂ ਹਿੱਸਾ। ਇਤਨਾ ਬਰੀਕ ਹੈ ਮੁਕਤੀ ਦਾ ਦਰਵਾਜ਼ਾ। ਮਨ ਤੋ ਮੈਗਲ ਹੋਏ ਰਹਾ ਨਿਕਸਿਆ ਕਿਉਂ ਕਰ ਜਾਏ। ਤੇ ਕਬੀਰ ਸਾਹਿਬ ਫਰਮਾਉਂਦੇ, ਜਿਹੜਾ ਮਨ ਹੈ, ਜਿਸ ਨੇ ਇਸ ਜੀਵ ਆਤਮਾ ਨੇ ਉਸ ਦੇ ਵਿੱਚੋਂ ਲੰਘਣਾ ਸੀ, ਉਹ ਤਾਂ ਮੈਗਲ ਹੋਏ ਰਹਾ। ਮੈਗਲ ਤੋਂ ਭਾਵ ਹਾਥੀ, ਉਹ ਤਾਂ ਹਾਥੀ ਵਰਗਾ ਹੋ ਰਿਹਾ ਹੈ। ਉਹ ਅੱਗੇ ਸਤਿਗੁਰੂ ਸਾਹਿਬ ਉੱਤਰ ਦੇ ਅੰਦਰ ਦੱਸਣਗੇ ਕਿ ਇਹ ਹਾਥੀ ਕਿਵੇਂ ਤੇ ਉਹ ਮੁਕਤ ਦਰਵਾਜ਼ਾ ਬਰੀਕ ਕਿਵੇਂ ਹੈ। ਉਹ ਸਤਿਗੁਰੂ ਸਾਹਿਬ ਇਸ ਨੂੰ ਖੋਲ੍ਹ ਕਰਕੇ ਦੱਸਣਗੇ। ਕਬੀਰ ਸਾਹਿਬ ਫਰਮਾਉਂਦੇ ਹਨ ਕਿ ਜਿਹੜਾ ਮਨ ਹੈ, ਇਹ ਜੀਵ ਆਤਮਾ, ਇਹ ਤਾਂ ਹਾਥੀ ਦੀ ਨਿਆਈ ਹੋ ਰਿਹਾ ਹੈ ਹਉਮੈ ਕਰਕੇ। ਨਿਕਸਿਆ ਕਿਉਂ ਕਰ ਜਾਏ, ਕਿਵੇਂ ਇਸ ਦੇ ਵਿੱਚੋਂ ਇਹ ਹਾਥੀ ਵਰਗਾ ਜੀਵ ਰਾਈ ਦੇ 10ਵੇਂ ਹਿੱਸੇ ਜਿਤਨੇ ਦਰਵਾਜ਼ੇ ਦੇ ਵਿੱਚੋਂ ਇਹ ਕਿਵੇਂ ਲੰਘ ਸਕੇਗਾ। ਲੰਘਣਾ ਬੜਾ ਕਠਿਨ ਹੈ, ਉਹ ਕਿਵੇਂ ਲੰਘੇਗਾ। ਕਬੀਰ ਸਾਹਿਬ ਫਰਮਾਉਂਦੇ ਹਨ, ਐਸਾ ਸਤਿਗੁਰ ਜੇ ਮਿਲੈ ਟੂਠਾ ਕਰੇ ਪਸਾਓ। ਕਬੀਰ ਸਾਹਿਬ ਫਰਮਾਉਂਦੇ ਵੀ ਜੇਕਰ ਸ੍ਰੇਸ਼ਟ ਸਤਿਗੁਰੂ ਸਾਹਿਬ ਐਸੇ ਜੋ ਬ੍ਰਹਮਨੇਸ਼ਟੀ ਸਤਿਗੁਰੂ ਸਾਹਿਬ ਜੇਕਰ ਮਿਲ ਜਾਣ, ਉਹ ਟੁੱਠ ਕਰਕੇ ਸਾਨੂੰ ਦਾਤ ਦੇ ਦੇਣ, ਸਾਡੇ ਤੇ ਕਿਰਪਾ ਕਰ ਦੇਣ। ਜੇਕਰ ਮੁਕਤ ਦੁਆਰਾ ਮੋਕਲਾ ਸਹਜੇ ਆਵੋ ਜਾਓ। ਤੇ ਜਿਹੜਾ ਮੁਕਤੀ ਦਾ ਦਰਵਾਜ਼ਾ ਹੈ, ਉਹ ਫਿਰ ਮੋਕਲਾ ਭਾਵ ਖੁੱਲਾ ਹੋ ਜਾਵੇਗਾ ਜੇਕਰ ਸਤਿਗੁਰੂ ਸਾਹਿਬ ਕਿਰਪਾ ਕਰ ਦੇਣ। ਸਹਜੇ ਆਵੋ ਜਾਓ, ਤੇ ਉਹ ਫਿਰ ਸਹਿਜੇ ਹੀ ਉਸ ਦੇ ਅੰਦਰ ਆਉਣਾ ਜਾਣਾ ਹੋ ਜਾਵੇਗਾ। ਮੁਕਤੀ ਪ੍ਰਾਪਤ ਸਹਿਜੇ ਹੀ ਹੋ ਜਾਵੇਗੀ ਜੇਕਰ ਸਤਿਗੁਰੂ ਸਾਹਿਬ ਕਿਰਪਾ ਕਰਕੇ ਉਹ ਮੁਕਤੀ ਦਾ ਦਰਵਾਜ਼ਾ ਖੋਲ੍ਹ ਦੇਣ, ਖੁੱਲ੍ਹਾ ਕਰ ਦੇਣ।
ਤੇ ਇਹ ਹੁਣ ਸੰਗਤਾਂ ਨੇ ਸਤਿਗੁਰਾਂ ਪਾਸ ਪ੍ਰਸ਼ਨ ਕੀਤਾ ਕਿ ਸਤਿਗੁਰੂ ਇਹ ਮਨ ਕਿਵੇਂ ਹਾਥੀ ਬਣਿਆ ਹੋ ਰਿਹਾ ਹੈ, ਇਹ ਜਿਹੜਾ ਰਾਈ ਦਸਵੇਂ ਪਾਏ ਇਹ ਕਿਵੇਂ ਖੁੱਲਾ ਹੋ ਜਾਵੇਗਾ। ਸਤਿਗੁਰੂ ਸਾਹਿਬ ਜਵਾਬ ਅੰਦਰ ਫਰਮਾ ਰਹੇ ਹਨ। ਨਾਨਕ ਮੁਕਤ ਦੁਆਰਾ ਯਤਨਿਕਾ, ਨਾਨਾ ਹੋਏ ਸੋ ਜਾਏ। ਸਤਿਗੁਰੂ ਸਾਹਿਬ ਫਰਮਾ ਰਹੇ ਹਨ ਕਿ ਇਹ ਜਿਹੜਾ ਮੁਕਤ ਦੁਆਰਾ ਹੈ ਨਾ, ਅਤ ਨਿੱਕਾ, ਬੜਾ ਹੀ ਨਿੱਕਾ, ਬੜਾ ਹੀ ਬਰੀਕ, ਬੜਾ ਛੋਟਾ ਹੈ। ਨਾ ਹੋਏ ਸੋ ਜਾਏ, ਜਿਹੜਾ ਇਤਨਾ ਛੋਟਾ ਹੋ ਜਾਵੇਗਾ ਜੀਵ, ਨਿਮਰਤਾ ਦੇ ਸਹਿਤ ਹੋ ਕਰਕੇ ਬਰੀਕ ਹੋ ਜਾਵੇਗਾ, ਉਹੀ ਇਸ ਦੇ ਵਿੱਚੋਂ ਪਾਰ ਲੰਘ ਸਕਦਾ ਹੈ। ਹਉਮੈ ਮਨ ਅਸਥੂਲ ਹੈ, ਕਿਉ ਕਰ ਵਿੱਚ ਦੇ ਜਾਏ। ਹੁਣ ਸਤਿਗੁਰੂ ਸਾਹਿਬ ਦੱਸ ਰਹੇ ਹਨ ਕਿ ਇਹ ਮਨ ਜਿਹੜਾ ਇਹ ਹਾਥੀ ਕਿਵੇਂ ਬਣਿਆ ਹੋਇਆ ਹੈ। ਇਹ ਹਾਥੀ ਬਣਿਆ ਹੋਇਆ ਹੈ ਹਉਮੈ ਕਰਕੇ। ਇਸ ਨੇ ਆਪਣੇ ਮਨ ਨੂੰ, ਆਪਣੇ ਇਸ ਜੀਵ ਆਦਮੀ ਨੂੰ ਇਤਨਾ ਕੁ ਹਉਮੈ ਦੇ ਨਾਲ ਵੱਡਾ ਕਰ ਲਿਆ ਕਿ ਮੈਂ ਹੀ ਹਾਂ, ਮੈਂ ਆਪਣੇ ਕਾਰਜ ਕਰਦਾ ਆਪ, ਮੇਰੇ ਕੋਈ ਗੁਰੂ ਨਹੀਂ, ਕੋਈ ਮੈਨੂੰ ਕਰਾਉਣ ਵਾਲਾ ਨਹੀਂ, ਮੈਂ ਤਾਂ ਆਪ ਦੀ ਮਿਹਨਤ ਹੈ ਮੇਰੀ, ਮੇਰੇ ਹੱਥਾਂ ਦੀ ਮਿਹਨਤ ਮੈਂ ਕੰਮ ਕਰਦਾ। ਜਾਂ ਹਉਮੈ ਇਹ ਕਿ ਮੈਂ ਸੇਵਾ ਕਰਦਾ, ਮੈਂ ਸਤਿਗੁਰਾਂ ਦੀ ਗੁਰਬਾਣੀ ਪੜ੍ਹਦਾ। ਇਹ ਜਿਹੜੀ ਹਉਮੈ ਹੈ ਇਹ ਮਨ ਅਸਥੂਲ ਹੈ। ਇਸ ਦੇ ਕਰਕੇ ਜਿਹੜਾ ਮਨ ਹਉਮੈ ਕਰਕੇ ਇਹ ਮੋਟਾ ਹੋਇਆ ਹੈ, ਹਾਥੀ ਵਰਗਾ ਬਣਿਆ ਹੋਇਆ ਹੈ। ਕਿਉਂ ਕਰ ਵਿੱਚ ਦੇ ਜਾਏ, ਇਹ ਕਿਵੇਂ ਇਸ ਦੇ ਵਿੱਚੋਂ ਲੰਘ ਸਕਦਾ ਹੈ। ਸਤਿਗੁਰ ਮਿਲਿਆ ਹਉਮੈ ਗਈ, ਜੋਤ ਰਹੀ ਸਭ ਆਏ। ਸਤਿਗੁਰੂ ਸਾਹਿਬ ਫਰਮਾਉਂਦੇ ਹੁਣ ਇਹ ਮਨ ਨੇ ਬਰੀਕ ਹੋਵੇਗਾ ਜੇਕਰ ਮਨ, ਫਿਰ ਹੀ ਮੁਕਤੀ ਦੇ ਦਰਵਾਜ਼ੇ ਚੋਂ ਲੰਘ ਸਕੇਗਾ। ਤੇ ਮਨ ਬਰੀਕ ਕਿਵੇਂ ਹੋਵੇਗਾ? ਸਤਿਗੁਰ ਮਿਲਿਆ, ਹਉਮੈ ਗਈ। ਜੇਕਰ ਇਹ ਸਤਿਗੁਰਾਂ ਨੂੰ ਮਿਲੇਗਾ, ਸਤਿਗੁਰਾਂ ਦੀ ਸਰਣੀ ਆਵੇਗਾ, ਸਤਿਗੁਰਾਂ ਦੇ ਬਚਨ ਸੁਣ ਕਰਕੇ ਮੰਨੇਗਾ, ਫਿਰ ਇਸ ਦੀ ਹਉਮੈ ਚਲੀ ਜਾਵੇਗੀ, ਨਾਸ ਹੋ ਜਾਵੇਗੀ ਤੇ ਜੋਤ ਰਹੀ ਸਭ ਆਏ। ਇਸ ਨੂੰ ਹਰ ਇੱਕ ਵਸਤੂ ਅੰਦਰ ਜਿਹੜੀ ਜੋਤ ਪਰਮੇਸ਼ਰ ਦੀ ਉਹ ਨਜ਼ਰੀ ਆ ਜਾਵੇਗੀ, ਜਿਹਦੇ ਨਾਲ ਇਹਦੀ ਹਉਮੈ ਨਾਸ ਹੋ ਜਾਵੇਗੀ ਤੇ ਇਹ ਬਰੀਕ ਹੋ ਕਰਕੇ ਤੇ ਮੁਕਤੀ ਦੇ ਦਰਵਾਜ਼ੇ ਚੋਂ ਲੰਘ ਜਾਵੇਗਾ। ਇਹ ਜਿਉ ਸਦਾ ਮੁਕਤ ਹੈ, ਸਹਜੇ ਰਹਿਆ ਸਮਾਏ। ਸਤਿਗੁਰਾਂ ਦੀ ਦਇਆ ਸਦਕਾ ਜੇਕਰ ਸਤਿਗੁਰਾਂ ਦੀ ਸਰਣੀ ਆ ਕਰਕੇ ਸਤਿਗੁਰਾਂ ਦਾ ਇਹਨੇ ਬਚਨ ਮੰਨਿਆ ਸੁਣਿਆ, ਫਿਰ ਇਹੋ ਜੀਓ ਸਦਾ ਮੁਕਤ ਹੈ। ਉਸ ਮੁਕਤੀ ਦੇ ਦਰਵਾਜ਼ੇ ਚੋਂ ਲੰਘ ਕਰਕੇ ਤੇ ਇਹ ਸਦਾ ਮੁਕਤ ਹੋ ਜਾਵੇਗਾ। ਇਸ ਦਾ ਜੰਮਣ ਮਰਨ 84 ਲੱਖ ਦਾ ਗੇੜ ਕੱਟਿਆ ਜਾਵੇਗਾ। ਦੁੱਖਾਂ ਕਲੇਸ਼ਾਂ ਤੋਂ, ਇਹਦੀ ਰੋਗਾਂ ਤੋਂ ਮੁਕਤੀ ਹੋ ਜਾਵੇਗੀ। ਸਹਜੇ ਰਹਿਆ ਸਮਾਏ, ਤੇ ਸਹਿਜ ਅਵਸਥਾ ਦੇ ਵਿੱਚ ਫਿਰ ਉਹ ਸਮਾਇਆ ਰਹੇਗਾ ਅਤੇ ਸੌਖੇ ਸੁਦੇ ਸਿੱਧ ਹੀ ਉਹ ਪਰਮੇਸ਼ਰ ਦੇ ਵਿੱਚ ਸਮਾ ਜਾਵੇਗਾ ਜੇਕਰ ਸਤਿਗੁਰਾਂ ਦੀ ਸਰਣੀ ਆਵੇ। ਪੌੜੀ ਪ੍ਰਭ ਸੰਸਾਰ ਉਪਾਏ ਕੈ, ਵਸਿ ਆਪਣੇ ਕੀਤਾ। ਸਤਿਗੁਰੂ ਸਾਹਿਬ ਪੌੜੀ ਅੰਦਰ ਫਰਮਾ ਰਹੇ ਹਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਕਿ ਪਰਮੇਸ਼ਰ ਜੀਆਂ ਨੇ ਸੰਸਾਰ ਉਪਾਏ ਕੈ, ਇਸ ਸੰਸਾਰ ਨੂੰ ਪੈਦਾ ਕਰਕੇ, ਬਣਾ ਕਰਕੇ ਤੇ ਵਸ ਆਪਣੇ ਕੀਤਾ। ਸਾਰਾ ਸੰਸਾਰ ਆਪਣੇ ਵਸ ਦੇ ਅੰਦਰ ਕਰਕੇ ਰੱਖਿਆ ਹੈ। ਸਾਰੇ ਜੀਵਾਂ ਦੇ ਕਰਮ ਉਹ ਪਰਮੇਸ਼ਰ ਆਪ ਉਹਨਾਂ ਪਾਸੋਂ ਕਰਵਾ ਰਿਹਾ ਹੈ। ਉਹਨਾਂ ਤੋਂ ਬਾਹਰ ਕੁਝ ਕਾਰਜ ਨਹੀਂ ਹੁੰਦਾ। ਜੋ ਵੀ ਹੁੰਦਾ ਹੈ ਉਹ ਪਰਮੇਸ਼ਰ ਸਾਹਿਬ ਆਪ ਕਰਵਾਉਂਦੇ ਹਨ। ਤਾਂ ਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਨੇ ਕਹਿ ਦਿੱਤਾ ਕਿ ਅਣਹੋਣੀ ਜੇਕਰ ਹੋਵੇ ਚਿੰਤਾ ਤਾਂ ਕਰੀਏ, ਚਿੰਤਾ ਤਾਂ ਕੀ ਕੀਜੀਐ ਜੋ ਅਣਹੋਣੀ ਹੋਏ। ਕਿ ਚਿੰਤਾ ਉਹਦੀ ਕਰੀਏ ਜੇ ਕੋਈ ਅਣਹੋਣੀ ਗੱਲ ਹੋਵੇ। ਗੱਲ ਉਹੀ ਹੁੰਦੀ ਹੈ ਜਿਹੜੀ ਹੋਣੀ ਹੁੰਦੀ ਹੈ। ਭਾਵ ਉਹ ਪਰਮੇਸ਼ਰ ਜੋ ਕਰਦਾ ਹੈ ਉਹ ਕੋਈ ਅਣਹੋਣੀ ਨਹੀਂ, ਉਹ ਕਰਦਾ ਹੈ ਤਾਂ ਹੀ ਹੁੰਦੀ ਹੈ। ਅਚਨਚੇਤ ਕੋਈ ਕਾਰਜ ਨਹੀਂ ਵਾਪਰਦਾ। ਕੋਈ ਵੀ ਘਟਨਾ ਵਾਪਰੇ ਉਹ ਪਰਮੇਸ਼ਰ ਆਪ ਕਰਦਾ ਹੈ, ਅਚਨਚੇਤ ਕੋਈ ਚੀਜ਼ ਨਹੀਂ ਵਾਪਰਦੀ। ਸਤਿਗੁਰੂ ਸਾਹਿਬ ਫਰਮਾਉਂਦੇ ਵਸ ਆਪਣਾ ਕੀਤਾ ਉਹ ਪਰਮੇਸ਼ਰ ਨੇ। ਇਹ ਸਾਰਾ ਜਗਤ ਸੰਸਾਰ ਪੈਦਾ ਕਰਕੇ ਤੇ ਆਪਣੇ ਵਸ ਵਿੱਚ ਕੀਤਾ ਰੱਖਿਆ ਹੋਇਆ ਹੈ। ਗਣਤੇ ਪ੍ਰਭੂ ਨਾ ਪਾਈਐ, ਦੂਜਾ ਹੈ ਪਰਮੀਤਾ। ਗਣਤੈ ਭਾਵ ਗਿਣਤੀਆਂ ਮਿਣਤੀਆਂ ਦੇ ਨਾਲ ਪ੍ਰਭੂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਗਿਣਤੀਆਂ ਮਿਣਤੀਆਂ ਕਰਨੀਆਂ ਕਿ ਮੈਂ ਇਤਨੇ ਤਪ ਕੀਤੇ, ਇਤਨੇ ਤੀਰਥ ਇਸ਼ਨਾਨ ਕੀਤੇ, ਇਤਨੀ ਪੂਜਾ ਪਾਠ ਕੀਤਾ, ਇਤਨੀ ਮੈਂ ਸੇਵਾ ਕਰ ਲਈ, ਮੈਨੂੰ ਇੰਨੇ ਦਿਨ ਹੋ ਗਏ ਸੇਵਾ ਕਰਦੇ ਨੂੰ, ਇੰਨੇ ਦਿਨ ਗੁਰਦੁਆਰੇ ਜਾਂਦੇ ਨੂੰ ਹੋ ਗਏ,
ਇਹ ਜਿਹੜੀਆਂ ਗਿਣਤੀਆਂ ਮਿਣਤੀਆਂ ਮਨ ਦੇ ਅੰਦਰ ਰੱਖਣੀਆਂ ਹਨ ਨਾ, ਸਤਿਗੁਰੂ ਸਾਹਿਬ ਫਰਮਾਉਂਦੇ ਗਣਤੈ ਪ੍ਰਭੂ ਨਾ ਪਾਈਐ। ਇਹਨਾਂ ਗਿਣਤੀਆਂ ਮਿਣਤੀਆਂ ਮਨ ਦੇ ਵਿੱਚ ਰੱਖਣ ਨਾਲ ਪਰਮੇਸ਼ਰ ਸਤਿਗੁਰਾਂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਦੂਜਾ ਪਰਮੀਤਾ, ਇਸ ਕਾਰਨ ਕਰਕੇ ਇਹ ਜੀਵ ਦੂਜੇ ਭਾਵ ਦੇ ਅੰਦਰ ਲੱਗ ਕੇ ਦਵੈਤ ਵਸ ਹੋ ਕੇ ਇਸ ਸੰਸਾਰ ਦੇ ਅੰਦਰ ਭਰਮ ਦਾ ਹੀ ਫਿਰੇਗਾ, ਭਰਮ ਦਾ ਹੀ ਆਪਣਾ ਜੀਵਨ ਨਾਸ਼ ਕਰ ਲਵੇਗਾ। ਸਤਿਗੁਰੂ ਸਾਹਿਬ ਦੀ ਸ਼ਰਣੀ ਆਏ ਤੋਂ ਬਿਨਾਂ, ਇਹ ਸੇਵਾ ਕਰੇ ਤੋਂ ਬਿਨਾਂ ਇਸ ਦੀ ਮੁਕਤੀ ਬੰਦ ਖਲਾਸੀ ਨਹੀਂ ਹੋ ਸਕੇਗੀ। ਸਤਿਗੁਰ ਮਿਲਿਆ ਜੀਵ ਤੋਮ ਰਹਿ, ਬੂਝ ਸੱਚ ਸਮੀਤਾ। ਜੇਕਰ ਸਤਿਗੁਰਾਂ ਨੂੰ ਮਿਲੇਗਾ, ਸਤਿਗੁਰਾਂ ਦੇ ਸ਼ਰਣੀ ਆਣ ਕਰਕੇ ਲੱਗੇਗਾ, ਸਤਿਗੁਰਾਂ ਨੂੰ ਰੋਜ਼ਾਨਾ ਮਿਲੇਗਾ ਆ ਕਰਕੇ, ਜੀਵਤ ਮਰੈ, ਇਹ ਜਿਉਂਦਾ ਜੀ ਮਰ ਜਾਵੇਗਾ। ਮਰੇਗਾ ਕਿਵੇਂ? ਇਹ ਹਉਮੈ ਭਾਵ ਤੋਂ ਮਰ ਜਾਵੇਗਾ, ਦੁਨੀਆ ਵੱਲੋਂ ਮਰ ਜਾਵੇਗਾ। ਇਸ ਦਾ ਜੀਵਨ ਸਤਿਗੁਰਾਂ ਦੇ ਘਰ ਵਿਖੇ ਹੋ ਜਾਵੇਗਾ। ਸਤਿਗੁਰ ਮਿਲਿਆ ਜੀਵਤ ਮਰੈ, ਇਹ ਜਿਉਂਦਾ ਜੀ ਇਹ ਸੰਸਾਰ ਵੱਲੋਂ ਮਰ ਜਾਵੇਗਾ, ਸੰਸਾਰ ਦੇ ਮੋਹ ਵੱਲੋਂ, ਮਾਇਆ ਦੇ ਮੋਹ ਵੱਲੋਂ, ਦੁੱਖਾਂ ਵੱਲੋਂ ਮਰ ਜਾਵੇਗਾ ਤੇ ਪਰਮੇਸ਼ਰ ਦੇ ਘਰ ਵਿੱਚ ਇਹਦਾ ਜਨਮ ਹੋ ਜਾਵੇਗਾ। ਕਿਵੇਂ ਹੋਵੇਗਾ? ਸਤਿਗੁਰ ਮਿਲਿਆ। ਜੇਕਰ ਸਤਿਗੁਰਾਂ ਨੂੰ ਮਿਲੇ, ਸਤਿਗੁਰਾਂ ਦੇ ਬਚਨ ਸੁਣੇ ਮੰਨੇ, ਬੁੱਝ ਸੱਚ ਸਮੀਤਾ, ਤੇ ਇਸ ਵਿਚਾਰ ਨੂੰ ਸਤਿਗੁਰਾਂ ਨਾਲ ਮਿਲ ਕਰਕੇ, ਇਹ ਬੁੱਝ ਕਰਕੇ ਤੇ ਸੱਚੇ ਪਰਮੇਸ਼ਰ ਦੇ ਅੰਦਰ ਸਮੀਤਾ ਇਹ ਸਮਾ ਜਾਵੇਗਾ। ਇਹ ਰਾਸਤਾ ਇੱਕੋ ਹੀ ਹੈ ਮੁਕਤੀ ਦਾ, ਪਰਮੇਸ਼ਰ ਦੇ ਵਿੱਚ ਸਮਾਉਣ ਦਾ, ਕਿ ਸਤਿਗੁਰਾਂ ਨੂੰ ਆ ਕੇ ਮਿਲੀਏ। ਸਤਿਗੁਰੂ ਹੀ ਹਨ ਪਰਮੇਸ਼ਰ ਜੀਆਂ ਨਾਲ ਮਿਲਾਉਣ ਵਾਲੇ। ਸਤਿਗੁਰ ਤੇ ਪਰਮੇਸ਼ਰ ਦੇ ਵਿੱਚ ਭੇਦ ਕੋਈ ਨਹੀਂ। ਸਤਿਗੁਰਾਂ ਨੂੰ ਮਿਲ ਲਿਆ ਸੋ ਪਰਮੇਸ਼ਰ ਨੂੰ ਮਿਲ ਲਿਆ। ਇਹ ਇੱਕੋ ਹੀ ਵਸਤੂ, ਇੱਕੋ ਹੀ ਚੀਜ਼। ਪਰਮੇਸ਼ਰ ਤੇ ਸਤਿਗੁਰਾਂ ਦੇ ਵਿੱਚ ਕੋਈ ਭੇਦ ਨਹੀਂ, ਤੇ ਸਤਿਗੁਰਾਂ ਦੀ ਚਰਣੀ ਲੱਗ ਕਰਕੇ ਤੇ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਸਭ ਦੇ ਹਉਮੈ ਖੋਈਐ, ਹਰ ਮੇਲ ਮਿਲੀਤਾ। ਸਤਿਗੁਰੂ ਸਾਹਿਬ ਕਿਰਪਾ ਕਰੋ। ਇਹ ਜਿਹੜੀ ਹਉਮੈ ਹੈ ਨਾ, ਆਪ ਜੀਆਂ ਨੇ ਫਰਮਾ ਦਿੱਤਾ ਕਿ ਇਹ ਹਉਮੈ ਦੇ ਕਾਰਨ ਮਨੁੱਖ ਦਾ ਮਨ ਜਿਹੜਾ ਇਹ ਹਾਥੀ ਵਰਗਾ ਵਿਸ਼ਾਲ ਅਹੰਕਾਰ ਦੇ ਅੰਦਰ ਮੋਟਾ ਹੋਇਆ ਫਿਰ ਰਿਹਾ ਹੈ। ਇਸ ਹਉਮੈ ਨੂੰ ਕਿਵੇਂ ਨਾਸ਼ ਕੀਤਾ ਜਾਵੇ? ਕਿਉਂਕਿ ਸਾਧ ਸੰਗਤ, ਇਹ ਹਉਮੈ ਹੀ ਹੈ ਨਾ ਜਿਹੜੀ ਜੀਵ ਨੂੰ ਸਾਰਾ ਜੀਵਨ ਤੰਗ ਕਰਦੀ ਹੈ ਤੇ ਮਰਨ ਤੋਂ ਬਾਅਦ ਵੀ ਇਸ ਨੂੰ ਤੰਗ ਕਰਦੀ ਹੀ ਰਹਿੰਦੀ ਹੈ। ਹਉਮੈ ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ। ਕਿ ਸਾਕਤ ਜੀਵ ਨੇ, ਪਰਮੇਸ਼ਰ ਤੋਂ ਭੁੱਲੇ ਹੋਏ ਜੀਵ ਨੇ, ਹਉਮੈ ਦੇ ਕਰਕੇ ਹਰੀ ਪਰਮੇਸ਼ਰ ਦੇ ਰਸ ਨੂੰ ਮਾਣਿਆ ਹੀ ਨਹੀਂ, ਉਸ ਨੂੰ ਜਾਣਿਆ ਹੀ ਨਹੀਂ, ਕਿਉਂਕਿ ਉਸ ਦੇ ਹਿਰਦੇ ਅੰਦਰ ਹਉਮੈ ਦਾ ਕੰਡਾ ਹੈ ਉਸ ਦੇ ਅੰਦਰ। ਤੇ ਜਿਉਂ ਜਿਉਂ ਚੱਲਹਿ ਚੁੱਭੈ ਦੁੱਖ ਪਾਵਹਿ। ਜਿਵੇਂ ਜਿਵੇਂ ਉਹ ਸੰਸਾਰ ਦੇ ਅੰਦਰ ਆਪਣਾ ਜੀਵਨ ਬਤੀਤ ਕਰਦਾ ਹੈ, ਇਹ ਹਉਮੈ ਦਾ ਕੰਡਾ ਉਸ ਨੂੰ ਬਾਰ-ਬਾਰ ਚੁੱਭਦਾ ਹੈ, ਬਾਰ-ਬਾਰ ਉਸ ਨੂੰ ਦੁਖੀ ਕਰਦਾ ਹੈ। ਤੇ ਫਿਰ ਜਦੋਂ ਮਰ ਜਾਂਦਾ ਹੈ, ਜਮ ਕਾਲਾਂ ਦੇ ਵਸ ਪੈਂਦਾ ਹੈ ਤੇ ਜਮ ਕਾਲ ਸਹਿ ਸਿਰ ਡੰਡਾ ਹੈ। ਇਹੀ ਹਉਮੈ ਦਾ ਕੰਡਾ ਜਿਹੜਾ ਇਸ ਨੂੰ ਸੰਸਾਰ ਵਿੱਚ ਚੁੱਭ ਰਿਹਾ ਸੀ, ਤੰਗ ਕਰ ਰਿਹਾ ਸੀ, ਉਹੀ ਕੰਡਾ ਹੁਣ ਜਮ ਕਾਲ ਦਾ ਡੰਡਾ ਬਣ ਕੇ ਇਹਦੇ ਸਿਰ ਵਿੱਚ ਵੱਜੇਗਾ। ਇਹ ਹਾਲਤ ਹੈ ਹਉਮੈ ਦੀ, ਹਉਮੈ ਦੇ ਵਿੱਚ ਗਰਸੇ ਹੋਏ ਜੀਵ ਦੀ, ਕਿ ਹਉਮੈ ਜਿਉਂਦੇ ਜੀ ਵੀ ਤੰਗ ਕਰਦੀ ਹੈ ਤੇ ਮਰਨ ਤੋਂ ਬਾਅਦ ਵੀ ਇਸ ਨੂੰ ਜਮਕਾਲ ਦਾ ਡੰਡਾ ਬਣ ਕੇ ਸਿਰ ਤੇ ਵੱਜਦੀ ਹੈ। ਹੁਣ ਸਤਿਗੁਰੂ ਸਾਹਿਬ ਕਿਰਪਾ ਕਰੋ ਕਿ ਇਹ ਹਉਮੈ ਕਿਵੇਂ ਨਾਸ਼ ਹੋ ਜਾਵੇ। ਬੜੀ ਭਾਰੀ ਹਉਮੈ ਹੈ ਸਾਡੇ ਮਨ ਦੇ ਅੰਦਰ, ਨਹੀਂ ਨਾਸ਼ ਹੋ ਜਾਂਦੀ, ਕਿਸੇ ਤਰੀਕੇ ਨਾਲ ਨਹੀਂ ਨਾਸ਼ ਹੁੰਦੀ। ਸਤਿਗੁਰੂ ਸਾਹਿਬ ਫਰਮਾਉਂਦੇ ਹਨ, ਕਾਇਆ ਸਾਧੈ ਉਰਦ ਤਪ ਕਰੈ, ਵਿੱਚੋਂ ਹਉਮੈ ਨਾ ਜਾਏ। ਬੜੇ ਯਤਨ ਕਰ ਲਈਏ, ਜੇਕਰ ਕਾਇਆ ਸਾਧ ਲਈਏ, ਪਵਿੱਤਰ ਕਰ ਲਈਏ, ਬਾਹਰੋਂ ਤੀਰਥਾਂ ਦੇ ਇਸ਼ਨਾਨ ਕਰਕੇ, ਉਰਦ ਤਪ ਕਰੈ, ਪੁੱਠੇ ਲਟਕ ਕਰਕੇ ਤਪ ਕਰ ਲਈਏ, ਧੂਣੀਆਂ ਤਾ ਲਈਏ, ਕਿਤਨੇ ਕਰਮ ਕਿਤਨੇ ਕਰ ਲਈਏ, ਵਿੱਚੋਂ ਹਉਮੈ ਨਾ ਜਾਏ। ਸਤਿਗੁਰੂ ਸਾਹਿਬ ਫਰਮਾਉਂਦੇ ਜਿਹੜੀ ਹਉਮੈ ਹੈ ਨਾ, ਤਾਂ ਵੀ ਇਹ ਵਿੱਚੋਂ ਜੀਵ ਦੇ ਨਾਸ਼ ਨਹੀਂ ਹੋ ਜਾਂਦੀ, ਕਿਉਂਕਿ ਹਉਮੈ ਤਾਂ ਧੁਰ ਤੱਕ ਚੱਲਦੀ ਹੈ ਕਿ ਮੈਂ ਇਤਨੇ ਤਪ ਕਰ ਲਿਆ, ਇਹਦੀ ਹੀ ਹਉਮੈ ਹੋ ਜਾਂਦੀ ਹੈ। ਮੈਂ ਪੁੱਠੇ ਲਟਕ ਕੇ ਤਪ ਕਰ ਰਿਹਾ ਹਾਂ, ਇਹ ਹਉਮੈ ਹੋ ਜਾਂਦੀ ਹੈ ਕਿ ਮੈਂ ਬੜਾ ਵੱਡਾ ਹਠੀ ਹਾਂ, ਤਪੀ ਹਾਂ, ਬੜੀ ਸੇਵਾ ਕਰਦਾ ਹਾਂ। ਇਹ ਹਉਮੈ ਵਿੱਚੋਂ ਨਾਸ਼ ਨਹੀਂ ਹੁੰਦੀ। ਅਧਿਆਤਮ ਕਰਮ ਜੇ ਕਰੇ, ਨਾਮ ਨਾ ਕਬ ਹੀ ਪਾਏ। ਇਸ ਹਉਮੈ ਦੇ ਵਿੱਚ ਰਹਿ ਕਰਕੇ ਜੇਕਰ ਕੋਈ ਕਰਮ ਕਰੇ, ਉਸ ਦੇ ਨਾਲ ਨਾਮ ਦੀ ਪ੍ਰਾਪਤੀ ਵੀ ਨਹੀਂ ਹੁੰਦੀ।
ਤੇ ਇਹ ਹਉਮੈ ਨਾਸ ਕਿਵੇਂ ਹੋਵੇ? ਸਤਿਗੁਰ ਸਾਹਿਬ ਫਰਮਾਉਂਦੇ ਹਨ, ਬਿਨ ਸ਼ਬਦੈ ਭਰਮ ਨਾ ਚੁੱਕਈ, ਨਾ ਵਿੱਚੋਂ ਹਉਮੈ ਜਾਏ। ਸਤਿਗੁਰਾਂ ਦੇ ਸ਼ਬਦ ਤੋਂ ਬਿਨਾ ਇਹ ਜਿਹੜੀ ਹਉਮੈ ਹੈ ਨਾ, ਇਹ ਨਹੀਂ ਨਾਸ ਹੋ ਸਕਦੀ। ਅੱਜ ਸਤਿਗੁਰਾਂ ਨੇ ਇਸ ਬਚਨ ਦੇ ਅੰਦਰ ਵੀ ਫਰਮਾਇਆ ਨਾ, ਸ਼ਬਦੇ ਹਉਮੈ ਖੋਈਐ ਹਰ ਮੇਲ ਮਿਲੀਤਾ, ਕਿ ਸਤਿਗੁਰਾਂ ਦੇ ਸ਼ਬਦ ਦੇ ਦੁਆਰਾ ਇਹ ਹਉਮੈ ਨਾਸ ਕੀਤੀ ਜਾ ਸਕਦੀ ਹੈ। ਸਤਿਗੁਰਾਂ ਦਾ ਸ਼ਬਦ ਕਿਹੜਾ ਹੈ? ਵਾਹਿਗੁਰੂ। ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ। ਵਾਹਿਗੁਰੂ ਗੁਰ ਮੰਤਰ ਨੂੰ ਜਪਣ ਦੇ ਨਾਲ ਹੀ ਜਿਹੜੀ ਹਉਮੈ, ਇਸ ਦਾ ਨਾਸ ਹੋ ਸਕਦਾ ਹੈ। ਜਿਨ ਜਪਿਆ ਇੱਕ ਮਨ ਇੱਕ ਚਿੱਤ, ਤਿਨ ਲੱਥਾ ਹਉਮੈ ਭਾਰ। ਜਿਨ੍ਹਾਂ ਇੱਕ ਮਨ ਇੱਕ ਚਿੱਤ ਹੋ ਕਰਕੇ ਜਪਿਆ ਉਸ ਪਰਵਤਗਾਰ ਦਾ, ਪਰਮੇਸ਼ਰ ਦਾ ਨਾਮ, ਉਹਨਾਂ ਦਾ ਹਉਮੈ ਦਾ ਜਿਹੜਾ ਭਾਰ ਇਹ ਲੱਥ ਜਾਂਦਾ ਹੈ। ਕਿਉਂਕਿ ਇਸ ਭਾਰ ਕਰਕੇ ਇਹ ਜੀਵ ਕਿਤਨਾ ਹਉਮੈ ਦੇ ਨਾਲ ਫੁੱਲਿਆ, ਤੇ ਇਸ ਨੂੰ ਮੁਕਤੀ ਦਾ ਦਰਵਾਜ਼ੇ ਦੇ ਵਿੱਚੋਂ ਫਿਰ ਇਸ ਕੋ ਲੰਘ ਨਹੀਂ ਹੋਵੇਗਾ। ਲੰਘਿਆ ਤਾਂ ਜਾਵੇਗਾ ਇਹ ਹਉਮੈ ਦਾ ਭਾਰ ਉਤਰ ਜਾਵੇ। ਇਹ ਹਉਮੈ ਦੇ ਵਿੱਚ ਜਿਹੜਾ ਜੀਵ ਵਿਸ਼ਾਲ ਹੋਇਆ ਪਿਆ ਹੈ, ਇਹ ਨਿਮਰਤਾ ਦੇ ਵਿੱਚ ਆ ਜਾਵੇ, ਫਿਰ ਉਸ ਦੇ ਵਿੱਚੋਂ ਲੰਘ ਸਕੇਗਾ। ਕਿਉਂਕਿ ਕਬੀਰ ਸਾਹਿਬ ਨੇ ਫਰਮਾਇਆ ਨਾ, ਕਬੀਰ ਹਰ ਹੈ ਖਾਂਡ, ਰੇਤ ਮਹਿ ਬਿਖਰੀ, ਹਾਥੀ ਚੁਣੀ ਨਾ ਜਾਏ। ਹਰੀ ਪਰਮੇਸ਼ਰ ਤਾਂ ਖੰਡ ਹੈ, ਉਹ ਰੇਤਾ ਦੇ ਅੰਦਰ ਖਿਲਰੀ ਹੋਈ ਹੈ, ਹਾਥੀ ਪਾਸੋਂ ਉਹ ਚੁਣੀ ਨਹੀਂ ਜਾਵੇਗੀ। ਕਹੈ ਕਬੀਰ ਗੁਰ ਭਲੀ ਬੁਝਾਈ, ਕੀਟੀ ਹੋਏ ਕਹਿ ਖਾਏ। ਪਰ ਕੀੜੀ ਉਸ ਖੰਡ ਨੂੰ ਖਾ ਲਵੇਗੀ ਚੁਣ ਕਰਕੇ, ਕਿਉਂਕਿ ਇਹ ਹੈ ਨਿਮਰਤਾ। ਨਿਮਰਤਾ ਦੇ ਵਿੱਚ ਜਦੋਂ ਜੀਵ ਆ ਜਾਵੇਗਾ, ਆਪਦੀ ਅਹੰਕਾਰ ਤੇ ਹਉਮੈ ਛੱਡ ਦੇਵੇਗਾ, ਫਿਰ ਇਹ ਹਰੀ ਦੇ ਨਾਮ ਨੂੰ ਖਾ ਲਵੇਗਾ। ਇਹ ਜਿਸ ਸਮੇਂ ਨਿਮਰਤਾ ਦੇ ਵਿੱਚ ਆ ਕੇ ਇਹ ਸੂਖਮ ਹੋ ਗਿਆ ਜੀਵ, ਇਸ ਦੀ ਹਉਮੈ ਜਿਸ ਸਮੇਂ ਇਸ ਨੇ ਸਤਿਗੁਰਾਂ ਦੇ ਸ਼ਬਦ ਦੁਆਰਾ ਨਾਸ ਕਰ ਲਈ। ਸ਼ਬਦੇ ਹਉਮੈ ਖੋਈਐ। ਸਤਿਗੁਰਾਂ ਦੇ ਸ਼ਬਦ ਵਾਹਿਗੁਰੂ ਸਿਮਰਨ ਦੁਆਰਾ ਉਸ ਦੇ ਵਿੱਚ ਚਿੱਤ ਲਗਾ ਕਰਕੇ ਜਿਸ ਸਮੇਂ ਇਸ ਨੇ ਆਪਦੀ ਹਉਮੈ ਨਾਸ ਕਰ ਲਈ, ਫਿਰ ਇਹ ਜਿਹੜਾ ਮੁਕਤੀ ਦਾ ਦਰਵਾਜ਼ਾ ਬੜਾ ਬਰੀਕ ਰਾਈ ਦਸਵੇਂ ਪਾਏ, ਇਹ ਉਸ ਦੇ ਵਿੱਚੋਂ ਵੀ ਲੰਘ ਸਕੇਗਾ। ਕਿਉਂਕਿ ਇਸ ਦੀ ਹਉਮੈ ਨਾਸ ਹੋ ਗਈ ਤੇ ਇਹ ਬੜਾ ਬਰੀਕ ਹੋ ਗਿਆ ਹੁਣ ਇਹ ਜੀਵ। ਹਰ ਮੇਲ ਮਿਲੀਤਾ, ਤੇ ਫਿਰ ਇਹਦੇ ਨਾਲ ਪਰ ਉਸ ਮੁਕਤੀ ਦੇ ਦਰਵਾਜ਼ੇ ਚੋਂ ਲੰਘ ਕਰਕੇ ਤੇ ਇਸ ਨੂੰ ਪਰਮੇਸ਼ਰ ਦੇ ਨਾਲ ਮਿਲਾਪ ਹਾਸਲ ਹੋ ਜਾਵੇਗਾ। ਸਭ ਕਿਛ ਜਾਣੈ ਕਰਿ ਆਪ, ਆਪੇ ਵਿਗਸੀਤਾ। ਕਿਉਂਕਿ ਉਹ ਪਰਮੇਸ਼ਰ ਹੈ ਨਾ, ਸਭ ਕੁਛ ਜਾਣੈ। ਉਹ ਪਰਮੇਸ਼ਰ ਸਾਰਾ ਕੁਝ ਜਾਣਦਾ ਹੈ, ਸਾਰੇ ਜੀਵਾਂ ਦੀਆਂ ਮਨ ਦੀਆਂ ਅਵਸਥਾਵਾਂ ਜਾਣਦਾ ਹੈ ਕਿ ਕਿਹੜਾ ਕਾਰਜ ਕੋਈ ਜੀਵ ਹਉਮੈ ਵਸ ਹੋ ਕੇ ਕਰ ਰਿਹਾ ਹੈ ਜਾਂ ਨਿਮਰਤਾ ਵਸ ਹੋ ਕੇ ਕਰ ਰਿਹਾ ਹੈ। ਇਹ ਸਭ ਕੁਛ ਜਾਣੈ। ਉਹ ਪਰਮੇਸ਼ਰ ਸਾਰੇ ਜੀਵਾਂ ਦੀ ਹਾਲਤ, ਸਾਰੇ ਜੀਵਾਂ ਦੀ ਅੰਦਰ ਦੀ ਗੱਲ ਉਹ ਜਾਣਦਾ ਹੈ। ਕਰੇ ਆਪ, ਉਹ ਪਰਮੇਸ਼ਰ ਆਪ ਹੀ ਕਾਰਜ ਕਰਾਉਂਦਾ ਹੈ। ਇਹ ਨਿਸ਼ਚਾ ਆ ਜਾਵੇ ਨਾ ਕਿ ਕਰੇ ਆਪ, ਉਹ ਪਰਮੇਸ਼ਰ ਆਪ ਕਰਦਾ ਹੈ, ਆਪ ਕਰਾਉਂਦਾ ਹੈ। ਇਹ ਹਉਮੈ ਤਾਂ ਤੁਰਨ ਫੁਰਨ ਉਸੇ ਵੇਲੇ ਹੋ ਜਾਵੇਗੀ, ਕਿਉਂਕਿ ਇਹ ਯਕੀਨ ਆ ਗਿਆ ਕਿ ਉਹ ਤਾਂ ਕਰਨ ਵਾਲਾ ਤਾਂ ਪਰਮੇਸ਼ਰ ਹੈ, ਉਸ ਨੇ ਸਾਰੇ ਕਾਰਜ ਕੀਤੇ। ਮੇਰਾ ਤਾਂ ਹਉਮੈ ਵਸ, ਹਉਮੈ ਦਾ ਕਾਹਦਾ, ਹਉਮੈ ਤਾਂ ਉਦੋਂ ਹੀ ਨਾਸ ਹੋ ਗਈ ਨਾ ਵੀ ਮੈਂ ਕੁਝ ਕੀਤਾ ਹੀ ਨਹੀਂ, ਇਹ ਤਾਂ ਕੀਤਾ ਹੀ ਪਰਮੇਸ਼ਰ ਨੇ। ਹਉਮੈ ਤਾਂ ਹੁੰਦੀ ਹੈ ਕਿ ਮੈਂ ਕਰ ਰਿਹਾ ਹਾਂ, ਮੇਰਾ ਕੀਤਾ ਹੋ ਰਿਹਾ ਹੈ। ਪਰ ਸਤਿਗੁਰੂ ਸਾਹਿਬ ਇਹ ਦੱਸ ਰਹੇ ਹਨ, ਸਭ ਕੁਛ ਜਾਣੈ ਕਰੇ ਆਪ। ਉਹ ਆਪ ਕਰਦਾ ਹੈ ਤੇ ਆਪ ਜਾਣਦਾ ਹੈ ਪਰਮੇਸ਼ਰ। ਇਸ ਕਰਕੇ ਹਉਮੈ ਕਰਨ ਦਾ ਕੋਈ ਇਸ ਦੇ ਵਿੱਚ ਅਰਥ ਨਹੀਂ ਰਹਿੰਦਾ। ਆਪੇ ਵਿਗਸੀਤਾ, ਤੇ ਉਹ ਪਰਮੇਸ਼ਰ ਆਪ ਹੀ ਆਪਣੇ ਕੌਤਕ ਦੇਖ ਕਰਕੇ ਵਿਗਸਦਾ ਹੈ। ਤੇ ਜਿਹੜਾ ਉਸ ਪਰਮੇਸ਼ਰ ਦੇ ਵਿੱਚ ਮਿਲ ਜਾਵੇਗਾ, ਉਹ ਵੀ ਵਿਗਸੀਤਾ, ਆਪਣਾ ਸੰਸਾਰ ਦੇ ਅੰਦਰ ਉਹ ਆਨੰਦ ਮੰਗਲਾਂ ਦੇ ਅੰਦਰ, ਆਨੰਦ ਦੇ ਅੰਦਰ ਆਪਣੀ ਜ਼ਿੰਦਗੀ ਬਤੀਤ ਕਰ ਲਵੇਗਾ। ਕਿਉਂਕਿ ਇਹ ਦੁੱਖ ਤੇ ਰੋਗ ਉਸ ਦੇ ਪੱਲੇ ਨਹੀਂ ਰਹਿੰਦੇ। ਸਰੀਰ ਨੂੰ ਰੋਗ ਆ ਜਾਂਦਾ ਹੈ, ਸਰੀਰ ਤੇ ਤਾਂ ਆਰਾ ਵੀ ਚੱਲ ਜਾਂਦਾ ਹੈ, ਪਰ ਉਸ ਆਏ ਹੋਏ ਆਨੰਦ ਵਿਗਸੀਤਾ ਜਿਹੜਾ ਖੇੜਾ ਆ ਜਾਂਦਾ ਹੈ, ਉਸ ਦਾ ਨਾਸ ਕੋਈ ਨਹੀਂ ਕਰ ਸਕਦਾ। ਇਹ ਸਤਿਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਜੋ ਅੱਜ ਇਸ ਪਵਿੱਤਰ ਸ਼ਬਦ ਦੇ ਅੰਦਰ ਇਹ ਬਖਸ਼ਿਸ਼ ਕੀਤੀ ਕਿ ਜਿਹੜਾ ਮੁਕਤੀ ਦਾ ਦਰਵਾਜ਼ਾ ਹੈ ਨਾ, ਕਬੀਰ ਸਾਹਿਬ ਨੇ ਆਖਿਆ ਕਿ ਬੜਾ ਬਰੀਕ ਰਾਈ, ਜਿਹੜਾ ਸਰੋਂ ਦੇ ਦਾਣੇ ਤੋਂ ਵੀ 10ਵਾਂ ਹਿੱਸਾ ਇਤਨਾ ਬਰੀਕ ਹੈ। ਇਸ ਦੇ ਵਿੱਚੋਂ ਕਿਵੇਂ ਲੰਘੀਏ? ਲੰਘਿਆ ਨਹੀਂ ਜਾਂਦਾ ਹਉਮੈ ਦੇ ਸਦਕਾ। ਕਿਉਂਕਿ ਜਿਸ ਸਮੇਂ ਸਮੁੰਦਰ ਦੇ ਵਿੱਚੋਂ ਤਰ ਕੇ ਲੰਘਣਾ ਹੋਵੇ ਨਾ, ਤੇ ਬੰਦੇ ਦਾ ਭਾਰ ਹੌਲਾ ਚਾਹੀਦਾ ਹੈ।
ਕਹਿਣ ਤੋਂ ਭਾਵ ਇਹ ਜੇਕਰ ਇਸ ਨੇ ਗਲ ਦੇ ਅੰਦਰ ਪੱਥਰ ਬੰਨੇ ਹੋਣ ਹਉਮੈ ਦੇ ਤੇ ਇਹ ਸਮੁੰਦਰ ਤੋਂ ਕਿਵੇਂ ਪਾਰ ਲੰਘੇਗਾ। ਉਹਨਾਂ ਪੱਥਰਾਂ ਨੇ ਹੀ ਇਸ ਨੂੰ ਡੋਬ ਦੇਣਾ ਹੈ। ਤੇ ਜਦੋਂ ਇਹ ਹਉਮੈ ਦੀ ਭਾਰ, ਹਉਮੈ ਦੀ ਪੰਡ ਸਿਰ ਤੇ ਚੱਕੀ ਹੈ, ਇਸ ਨੇ ਹਉਮੈ ਦੇ ਪੱਥਰ ਗਲ ਵਿੱਚ ਪਾਏ ਹਨ, ਇਹ ਉਸ ਸੰਸਾਰ ਸਮੁੰਦਰ ਤੋਂ ਤਰ ਕੇ ਤੇ ਪਰਮੇਸ਼ਰ ਤੱਕ ਨਹੀਂ ਪਹੁੰਚ ਸਕਦਾ। ਇਸ ਨੂੰ ਹਉਮੈ ਦੀ ਭਾਰ, ਪੰਡ ਤੇ ਪੱਥਰਾਂ ਦਾ ਅਹੰਕਾਰ ਰੂਪੀ ਪੱਥਰ ਇਸ ਨੇ ਗਲੇ 'ਚ ਪਾਏ ਹਨ, ਜਿਹੜੇ ਇਹ ਇਸ ਨੂੰ ਲਾਹ ਕਰਕੇ ਰੱਖਣੇ ਪੈਣਗੇ, ਫਿਰ ਇਹ ਸਮੁੰਦਰ ਤੋਂ ਪਾਰ ਲੰਘੇਗਾ। ਤੇ ਇੱਥੇ ਸਤਿਗੁਰੂ ਸਾਹਿਬ ਇਹ ਉਦਾਹਰਣ ਦੇ ਰਹੇ ਹਨ ਕਿ ਜਿਹੜੀ ਮੁਕਤੀ ਦਾ ਦਰਵਾਜ਼ਾ ਇਤਨਾ ਬਰੀਕ, ਉਸ ਦੇ ਵਿੱਚੋਂ ਤਾਂ ਜੇਕਰ ਇਹ ਹਉਮੈ ਛੱਡ ਕਰਕੇ, ਇਹ ਹਉਮੈ ਦੇ ਸਦਕਾ ਇਸ ਦਾ ਸਰੀਰ ਭਾਰਾ ਹੋਇਆ ਹੈ, ਬੜਾ ਮੋਟਾ ਹੋਇਆ ਹੈ ਹਉਮੈ ਦੇ ਨਾਲ, ਇਸ ਦਾ ਜੀਵ ਆਤਮਾ ਬੜਾ ਵਿਸ਼ਾਲ ਹੋ ਚੁੱਕਾ ਹੈ। ਤੇ ਜਦੋਂ ਇਹ ਸਬਦੇ ਹਉਮੈ ਖੋਈ ਹੈ, ਸਤਿਗੁਰਾਂ ਦੇ ਸ਼ਬਦ ਦੇ ਨਾਲ ਲੱਗ ਕੇ, ਵਾਹਿਗੁਰੂ ਸਿਮਰਨ ਦੇ ਨਾਲ ਲੱਗ ਕੇ, ਸਵਾਸ ਸਿਮਰਨ ਦੇ ਨਾਲ ਚਿੱਤ ਜੋੜ ਕਰਕੇ, ਏਕ ਚਿੱਤ ਜਿਹ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਇੱਕ ਚਿੱਤ ਇੱਕ ਛਿਨ ਹੋ ਕਰਕੇ ਵੀ ਜਿਨ੍ਹਾਂ ਨੇ ਧਿਆ ਲਿਆ, ਉਹ ਇਸ ਮੁਕਤੀ ਦੇ ਦਰਵਾਜ਼ੇ 'ਚੋਂ ਲੰਘ ਜਾਂਦੇ ਹਨ ਤੇ ਫਿਰ ਆਉਣ ਜਾਣ ਉਹਨਾਂ ਦਾ ਨਾਸ ਹੋ ਜਾਂਦਾ ਹੈ। ਇਹ ਸਤਿਗੁਰੂ ਸਾਹਿਬ ਫਰਮਾ ਰਹੇ ਹਨ ਕਿ ਹਉਮੈ ਛੱਡ ਕੇ ਸਤਿਗੁਰਾਂ ਦੇ ਦਰ 'ਤੇ ਆਈਏ। ਦਰ 'ਤੇ ਆਣ ਕਰਕੇ ਤੇ ਸਤਿਗੁਰਾਂ ਦਾ ਦਰਸ਼ਨ ਦੀਦਾਰਾ ਕਰਕੇ, ਸਤਿਗੁਰਾਂ ਦਾ ਉਪਦੇਸ਼ ਸੁਣ ਕੇ ਮਨ ਦੇ ਅੰਦਰ ਵਸਾਈਏ, ਜਿਹਦੇ ਨਾਲ ਸਤਿਗੁਰੂ ਸਾਹਿਬ ਕਿਰਪਾ ਕਰ ਦੇਣਗੇ, ਇਹ ਪ੍ਰੇਮ ਦੀ ਦਾਤ ਬਖਸ਼ਿਸ਼ ਕਰ ਦੇਣਗੇ, ਨਿਮਰਤਾ ਦੇਖ ਕਰਕੇ। ਕਿਉਂਕਿ ਦਾਤ ਜਿਹੜੀ ਹੈ ਨਾ, ਇਹ ਨਾਮ ਦੀ ਵੀ ਦਾਤ ਤੇ ਇਹ ਪ੍ਰੇਮ ਦੀ ਦਾਤ, ਇਹ ਮੰਗ ਕਰਕੇ ਹੀ ਪ੍ਰਾਪਤ ਹੋਵੇਗੀ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਜੇਕਰ ਇਸ ਤਰੀਕੇ ਨਾਲ ਸਤਿਗੁਰਾਂ ਅੱਗੇ ਅਰਦਾਸਾਂ ਬੇਨਤੀਆਂ ਕਰਾਂਗੇ ਨਿਮਰਤਾ ਵਸ ਹੋ ਕਰਕੇ, ਫਿਰ ਸਤਿਗੁਰੂ ਸਾਹਿਬ ਇਹ ਨਾਮ ਦੀ ਦਾਤ ਵੀ ਝੋਲੀ ਪਾ ਦੇਣਗੇ ਤੇ ਇਹ ਨਾਮ ਦੇ ਨਾਲ ਜਿਹੜੀ ਹਉਮੈ ਕੱਟੀ ਜਾਵੇਗੀ ਤੇ ਇਹ ਜੀਵ ਸੂਖਮ ਹੋ ਕਰਕੇ ਤੇ ਮੁਕਤੀ ਪ੍ਰਾਪਤ ਕਰ ਸਕੇਗਾ। ਇਹ ਸਤਿਗੁਰੂ ਸਾਹਿਬ ਨੇ ਅੱਜ ਦੇ ਪਵਿੱਤਰ ਮੁਖ ਵਾਕ ਦੇ ਅੰਦਰ ਬਖਸ਼ਿਸ਼ ਕੀਤੀ। ਸਤਿਗੁਰੂ ਕਿਰਪਾ ਕਰਨ। ਇਤਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਨੀਆਂ। ਕਥਾ ਵਿਚਾਰਾਂ ਕਰਦਿਆਂ, ਬਾਣੀ ਉਚਾਰਨ ਕਰਦਿਆਂ ਅਨੇਕਾਂ ਗਲਤੀਆਂ ਹੋ ਗਈਆਂ। ਸਤਿਗੁਰੂ ਸਾਹਿਬ ਬਖਸ਼ਣਹਾਰ ਹਨ, ਬਖਸ਼ਿੰਦ ਪਿਤਾ ਬਖਸ਼ ਲੈਣ। ਹੁਣ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਫਿਰ ਆਨੰਦ ਸਾਹਿਬ ਦੇ ਅੰਦਰ ਜੁੜੀਏ ਜੀ। ਸ਼ਬਦੇ ਹਉਮੈ ਖੋਈਐ, ਹਰ ਮੇਲ ਮਿਲੀਤਾ, ਸਭ ਕਿਛ ਜਾਣੈ ਕਰੇ ਆਪ, ਆਪੇ ਵਿਗਸੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣਤਾਸ। ਹੇ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ। ਹੇ ਸੰਤ ਹੈ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ, ਰਾਖਹੁ ਹਿਐ ਪਰੋਇ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵਦੇ, ਗੁਰ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ,